ਜਿਹੜੀ ਇਹ ਗੱਲ ਕਰਦੇ ਆ ਕਿ ਇਸ ਦੇ ਨਾਲ ਕਿਸਾਨ ਜਿਹੜਾ ਹੈਗਾ ਆਪਣਾ ਕੰਟਰੈਕਟ ਫਾਰਮਿੰਗ ਦੇ ਵਿੱਚ ਉਹਦੀਆਂ ਜ਼ਮੀਨਾਂ ਖੋਹੀਆਂ ਜਾਣਗੀਆਂ। ਇਹਦੇ ਵਿੱਚ ਵੀਰੋ ਕੰਟਰੈਕਟ ਸਿਰਫ ਫਸਲ ਦਾ ਹੋਵੇਗਾ, ਜ਼ਮੀਨ ਦਾ ਨਹੀਂ ਹੋਵੇਗਾ, ਕਿਉਂਕਿ ਸਾਫ਼ ਲਿਖਿਆ ਹੋਇਆ ਇਹਦੇ 'ਚ ਕਿ ਕੋਈ ਵੀ ਕੰਪਨੀ ਕੋਈ ਵੀ ਘਰਾਣਾ ਜ਼ਮੀਨ ਦੀ ਗਹਿਣੇ ਨਹੀਂ ਲਿਖ ਸਕਦਾ, ਉਹਦੀ ਰਜਿਸਟਰੀ ਨਹੀਂ ਕਰਾ ਸਕਦਾ। ਹਾਂ, ਇਹ ਤੁਹਾਡੀ ਸ਼ੰਕਾ ਸਹੀ ਆ ਕਿ 2017 ਦਾ 2019 ਦਾ ਮੈਨੀਫੈਸਟੋ ਹੈ ਜਿਹੜਾ ਕਾਂਗਰਸ ਦਾ, ਉਹ ਪੜ੍ਹ ਕੇ ਦੇਖੋ। ਉਹਦੇ 'ਚ ਕੰਪਨੀਆਂ ਨੂੰ ਬਹੁਤ ਵੱਡਾ ਫਾਇਦਾ ਹੈ, ਕੰਪਨੀ ਭੱਜ ਵੀ ਸਕਦੀ ਸੀ। ਦੂਸਰਾ ਜਿਹੜਾ ਰੌਲਾ ਪਾਇਆ ਜਾ ਰਿਹਾ ਆੜ੍ਹਤੀਆਂ ਪ੍ਰਤੀ ਕਿ ਆੜ੍ਹਤੀਆਂ ਦੀ ਆੜ੍ਹਤ ਬੰਦ ਹੋ ਜਾਊਗੀ, ਬਿਲਕੁਲ ਨਹੀਂ। ਆਪ ਦੇਖੋ ਕਿ ਜਦੋਂ ਸਰਕਾਰ ਹੋਰ ਇੰਨੇ ਕੰਮਾਂ ਦੇ ਵਿੱਚ ਕਮਿਸ਼ਨ ਦਿੰਦੀ ਆ, ਇੰਡੀਅਨ ਆਇਲ ਕਮਿਸ਼ਨ ਦਿੰਦੀ ਆ, ਹੋਰ ਆੜ੍ਹਤ ਬੰਦ ਕਰਨ ਦਾ ਕੋਈ ਪ੍ਰਾਵਧਾਨ ਹੀ ਨਹੀਂ ਬਿੱਲ ਦੇ ਵਿੱਚ। ਤਾਂ ਤੁਸੀਂ ਦਿੰਦੇ ਨੇ ਕਿ ਇਸ ਬਿੱਲ ਦੇ ਵਿੱਚ ਆ ਲਾਈਨ ਆ ਖਰੜਾ ਗਲਤ ਆ, ਕਲੌਜ ਗਲਤ ਆ, ਉਸ ਨੂੰ ਦੂਰ ਕੀਤਾ ਜਾਵੇ। ਤੁਸੀਂ ਰਾਜਨੀਤਿਕ ਰੋਟੀਆਂ ਸੇਕਣ ਦੇ ਵਾਸਤੇ ਦੇਸ਼ ਦੇ ਕਿਸਾਨਾਂ ਦੀ, ਨੌਜਵਾਨਾਂ ਦੀ ਉੱਨਤੀ ਤਰੱਕੀ ਨਾਲ ਧੋਖਾ ਕਰ ਰਹੇ ਹੋ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੇ ਅੱਜ ਦੀ ਵਿਸ਼ੇਸ਼ ਤੁਸੀਂ ਕਿਸਾਨਾਂ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਹੋ? ਜਿਹੜੇ ਸਾਡੇ ਕਿਸਾਨ ਵੀਰ, ਕਿਸਾਨ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਦਾ ਗੁੰਮਰਾਹ ਹੋ ਕੇ ਵਾਰ-ਵਾਰ ਇੱਕੋ ਸਵਾਲ ਕਰਦੇ ਪਏ ਆ ਕਿ ਜੇ ਅਗਰ ਬਿੱਲ ਚੰਗਾ ਹੈ ਤਾਂ ਸਾਨੂੰ ਗਰੰਟੀ ਕੀਤੀ ਜਾਵੇ ਕਿ ਇਹਦੇ ਵਿੱਚ MSP ਲਿਖੀ ਜਾਵੇ। ਤੇ ਮੈਂ ਥੋੜਾ ਜਿਹਾ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਸੀ ਕਿ ਆਪਣੇ ਕਿਸੇ ਚੰਗੇ ਲਾਇਰ ਨੂੰ ਨਾਲ ਲੈ ਕੇ ਅਸੀਂ ਮੀਟਿੰਗ ਕਰਨ ਲਈ ਵੀ ਤਿਆਰ ਹਾਂ, ਪਰ ਮੈਂ ਆਪਣੇ ਤੌਰ ਤੇ ਜੋ ਪੱਖ ਜਾਂ ਦੱਸਣਾ ਚਾਹੁੰਦਾ ਹੈ ਕਿ MSP ਕਿਉਂ ਨਹੀਂ ਲਿਖੀ ਗਈ। ਕਿਉਂਕਿ ਅਗਰ ਉਹਦੇ ਵਿੱਚ MSP ਲਿਖੀ ਜਾਂਦੀ ਤਾਂ ਹਰ ਮਾਨਸੂਨ ਸੱਤਰ ਦੇ ਵਿੱਚ ਜਾਂ ਸਰਦ ਸੱਤਰ ਦੇ ਵਿੱਚ ਸੰਸਦ ਦੇ ਇਹ ਬਿੱਲ ਲੈ ਕੇ ਆਇਆ ਪੈਣਾ ਸੀ ਔਰ ਉਸ 'ਤੇ ਬਹਿਸ ਹੋਣੀ ਸੀ MP ਮੈਂਬਰ ਆਫ ਪਾਰਲੀਮੈਂਟ ਦੀ। ਔਰ ਕਈ ਮੈਂਬਰ ਆਫ ਪਾਰਲੀਮੈਂਟ ਐਸੇ ਆ ਸਾਡੇ ਪਾਰਟੀਆਂ ਦੇ ਜਿਨ੍ਹਾਂ ਨੂੰ ਕੋਈ ਕਿਸਾਨ ਨਾਲ ਜਾਂ ਦੇਸ਼ ਨਾਲ ਹਮਦਰਦੀ ਨਹੀਂ, ਸਿਰਫ ਉੱਥੇ ਉਹ ਸਾਡੇ ਪੈਸੇ ਦੇ ਉੱਤੇ ਅਯਾਸ਼ੀ ਕਰਨ ਜਾਂਦੇ ਆ ਔਰ ਉਹਨਾਂ ਦਾ ਕੰਮ ਹੈ ਪ੍ਰਚਾਰ, ਦੁਸ਼ਪ੍ਰਚਾਰ ਕਰਨਾ, ਕਿਸਾਨਾਂ ਨੂੰ ਗੁੰਮਰਾਹ ਕਰਨਾ, ਦੇਸ਼ ਦੇ ਵਿੱਚ ਅਰਾਜਕਤਾ ਫੈਲਾਉਣਾ। ਤਾਂ ਉਹਨਾਂ ਨੇ ਕਹਿਣਾ ਸੀਗਾ ਜੀ 500 ਰੁਪਏ MSP ਵਧਾ ਦਿਓ, ਕਿਸਾਨ ਨੂੰ ਕੁਝ ਬਚਦਾ ਨਹੀਂ ਜੀ, 1000 ਰੁਪਏ MSP ਵਧਾ ਦਿਓ, ਤਾਂ ਕਿਸਾਨਾਂ ਨੂੰ ਗੁੰਮਰਾਹ ਕਰਨਾ। ਅਗਰ ਇਹ MSP ਉਹਦੇ ਵਿੱਚ ਲਿਖੀ ਜਾਂਦੀ ਆ ਤਾਂ ਉਹਦੇ ਬਹਿਸ ਦੇ ਦੌਰਾਨ ਘੱਟੋ ਘੱਟ 90 ਦਿਨ ਤੋਂ 65 ਦਿਨ ਦਾ ਸਮਾਂ ਲੱਗਦਾ ਹੈ। ਫਿਰ ਉਹ ਰਾਜ ਸਭਾ ਦੇ ਵਿੱਚ ਜਾਊਗਾ, ਫਿਰ ਰਾਜ ਸਭਾ ਦੇ ਵਿੱਚ ਪਾਸ ਹੋਊਗਾ, ਫਿਰ ਰਾਸ਼ਟਰਪਤੀ ਜੀ ਕੋਲੇ ਜਾਊਗਾ। ਤਾਂ ਹਰ 6 ਮਹੀਨਿਆਂ ਬਾਅਦ ਇਹ ਪ੍ਰੋਸੈਸ ਹੋਣਾ ਸੀ। ਕਿੱਥੇ ਹੁਣ ਕਿਸੇ ਦੀ ਵੀ ਸਰਕਾਰ ਹੋਵੇ, ਚਾਹੇ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਹੋਵੇ, ਚਾਹੇ ਕਿਸੇ ਹੋਰ ਪਾਰਟੀ ਦੀ ਹੋਵੇ, ਸਿਰਫ ਹੁਣ ਇਸ ਦੇ ਉੱਤੇ ਇੱਕ ਸਿੰਪਲ ਕੰਡੀਸ਼ਨ ਲਿਖ ਕੇ, ਸਿੰਪਲ ਅਮੈਂਡਮੈਂਟ ਕਰਕੇ ਕਿ ਹਾਂ ਜੀ ਇਹ ਅਸੀਂ ਜਿਹੜੀ MSP ਇੰਨੀ ਵਧਾ ਦਿੱਤੀ ਆ, ਕੋਈ ਵੀ ਸਰਕਾਰ ਨੂੰ ਆਸਾਨ ਹੋ ਗਿਆ। ਹੁਣ ਇਹਦੇ ਉੱਤੇ ਕੋਈ ਸੀ ਬਿੱਲ ਪਾਸ ਜਾਂ ਕਾਨੂੰਨ ਬਣਾਉਣ ਦੀ ਉਹਨੇ ਕਾਨੂੰਨ ਬਣ ਗਿਆ। ਦੂਜਾ ਇਹਦਾ ਪਹਿਲੂ ਜਿਹੜਾ ਇਹ ਕਹਿੰਦੇ ਆ ਕਿ 2022 ਤੱਕ ਹੀ ਇਹ ਕਰਨਗੇ, ਚੋਣਾਂ ਤੱਕ, ਉਸ ਤੋਂ ਬਾਅਦ ਬੰਦ ਹੋ ਜੂ। ਇਹ ਟੋਟਲ ਰਾਜਨੀਤਿਕ ਏਜੰਡਾ ਇਹਨਾਂ ਦਾ, ਗੁੰਮਰਾਹ ਕਰਨ ਦਾ ਏਜੰਡਾ ਹੈ। 2022 ਨੂੰ ਲੈ ਕੇ ਇਹ ਡਰੇ ਹੋਏ ਆ ਕਿ ਭਾਰਤੀ ਜਨਤਾ ਪਾਰਟੀ ਦੀ ਨਰੋਲ ਸਰਕਾਰ ਪੰਜਾਬ 'ਚ ਨਾ ਬਣ ਜਾਵੇ। ਲੇਕਿਨ ਅਸੀਂ ਵੋਟਾਂ ਦੀ ਗੱਲ ਨਹੀਂ ਕਰਨੀ, ਅਸੀਂ ਕਿਸਾਨ ਦੀ ਗੱਲ ਕਰਨੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਕਦੇ ਵੋਟ ਦੀ ਰਾਜਨੀਤੀ ਨਹੀਂ ਕਰਦੇ। ਚਾਹੇ ਉਹ ਪਹਿਲਾਂ CAA ਦਾ ਬਿੱਲ ਲੈ ਕੇ ਆਏ, ਉਹ 3 ਤਲਾਕ ਦਾ ਲੈ ਕੇ ਆਏ, ਉਹਨਾਂ ਦਾ ਇੱਕੋ ਹੀ ਮਕਸਦ ਸੀ ਕਿ ਜਿਸ ਦੇਸ਼ ਦੇ ਵਿੱਚ, ਜਿਸ ਘਰ ਦੇ ਵਿੱਚ ਇਸਤਰੀ ਦਾ ਅਪਮਾਨ ਹੋਊਗਾ, ਉਹ ਨਾ ਘਰ ਤਰੱਕੀ ਕਰ ਸਕੇ ਨਾ ਦੇਸ਼ ਤਰੱਕੀ ਕਰ ਸਕੇ। ਕਿਉਂਕਿ ਸਾਡੇ ਭਾਰਤ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਮਹਿਲਾ ਨੂੰ ਔਰ ਇਸਤਰੀ ਨੂੰ ਲక్ష్ਮੀ ਮੰਨਿਆ ਜਾਂਦਾ ਹੈ। ਤਾਂ ਅੱਜ ਸਾਡੀਆਂ ਲੱਖਾਂ ਮੁਸਲਮਾਨ ਭੈਣਾਂ ਤਲਾਕ ਤੋਂ ਬਚ ਗਈਆਂ, ਉਹਨਾਂ ਦਾ ਜੋ ਸ਼ੋਸ਼ਣ ਹੋ ਰਿਹਾ ਸੀ ਉਸ ਤੋਂ ਬਚ ਗਈਆਂ। ਫਿਰ CAA ਦਾ ਬਿੱਲ ਸੀ। ਸਾਡੇ 30 ਸਾਲ ਤੋਂ ਜਿਹੜੇ ਭਰਾ ਜਿਨ੍ਹਾਂ ਨੂੰ ਪਾਕਿਸਤਾਨ, ਅਫਗਾਨਿਸਤਾਨ ਦੇ ਵਿੱਚ ਅਤਿਆਚਾਰ ਸਹਿਣੇ ਪੈ ਰਹੇ ਸੀ, ਉਹ ਆਏ, ਉਹਨਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਗਈ ਸੀ, ਉਹਨਾਂ ਨੂੰ ਨਾਗਰਿਕਤਾ ਦੇਣ ਦਾ ਹੋ ਗਿਆ। ਫਿਰ NCB ਬਿੱਲ ਸੀਗਾ, ਉਹਦਾ ਵਿਰੋਧ ਹੋਇਆ। ਤਾਂ ਉਹਦਾ ਜਿਹੜੀ ਹੈ ਜਨਗਣਨਾ ਨਾਲ ਫਰਕ ਹੀ ਪੈਣਾ ਸੀ ਕਿ ਜਿਹੜੇ ਕਈ ਪਰਿਵਾਰ ਐਸੇ ਆ ਜਿਹੜੇ ਰਾਜਨੀਤਿਕ ਪਾਰਟੀਆਂ ਦਾ ਲਾਭ ਚੱਕਦੇ ਹੋਏ ਸਾਡੀ ਜਿਹੜੀਆਂ ਦੇਸ਼ ਦੀਆਂ ਯੋਜਨਾਵਾਂ ਹੈ ਗਰੀਬਾਂ ਦੇ ਲਈ ਆ, ਉਦੋਂ ਉਹ ਲੈ ਰਹੇ ਸੀ। ਪੈਨਸ਼ਨਾਂ ਸੀ, ਨਰੇਗਾ ਸੀ, ਐਜੂਕੇਸ਼ਨ ਨਾਲ ਸੰਬੰਧਿਤ ਸੀ, ਬੀਮਾ ਯੋਜਨਾ ਸੀ, ਉਹ ਅੱਜ ਸਾਰੀਆਂ ਉਹਦੀ ਗਿਣਤੀ ਹੋਣ ਨਾਲ ਕਰੋੜਾਂ ਰੁਪਈਆ ਜਿਹੜਾ ਹੈਗਾ ਐਜੂਕੇਸ਼ਨ ਦੇ ਨਾਂ 'ਤੇ ਵਜ਼ੀਫੇ ਖਾ ਰਹੇ ਸੀ, ਉਹ ਬੰਦ ਹੋਇਆ। ਫਿਰ ਇਸ ਤੋਂ ਅੱਗੇ ਗੱਲ ਜਿਹੜੀ ਇਹ ਗੱਲ ਕਰਦੇ ਆ ਕਿ ਇਸ ਦੇ ਨਾਲ ਕਿਸਾਨ ਜਿਹੜਾ ਹੈਗਾ ਆਪਣਾ ਕੰਟਰੈਕਟ ਫਾਰਮਿੰਗ ਦੇ ਵਿੱਚ ਉਹਦੀਆਂ ਜ਼ਮੀਨਾਂ ਖੋਹੀਆਂ ਜਾਣਗੀਆਂ। ਇਹਦੇ ਵਿੱਚ ਵੀਰੋ ਕੰਟਰੈਕਟ ਸਿਰਫ ਫਸਲ ਦਾ ਹੋਵੇਗਾ, ਜ਼ਮੀਨ ਦਾ ਨਹੀਂ ਹੋਵੇਗਾ, ਕਿਉਂਕਿ ਸਾਫ਼ ਲਿਖਿਆ ਹੋਇਆ ਇਹਦੇ 'ਚ ਕਿ ਕੋਈ ਵੀ ਕੰਪਨੀ ਕੋਈ ਵੀ ਘਰਾਣਾ ਜ਼ਮੀਨ ਦੀ ਗਹਿਣੇ ਨਹੀਂ ਲਿਖ ਸਕਦਾ, ਉਹਦੀ ਰਜਿਸਟਰੀ ਨਹੀਂ ਕਰਾ ਸਕਦਾ। ਹਾਂ, ਇਹ ਤੁਹਾਡੀ ਸ਼ੰਕਾ ਸਹੀ ਆ
ਕਿ 2017 ਦਾ 2019 ਦਾ ਮੈਨੀਫੈਸਟੋ ਹੈ ਜਿਹੜਾ ਕਾਂਗਰਸ ਦਾ, ਉਹ ਪੜ੍ਹ ਕੇ ਦੇਖੋ। ਉਹਦੇ 'ਚ ਕੰਪਨੀਆਂ ਨੂੰ ਬਹੁਤ ਵੱਡਾ ਫਾਇਦਾ ਹੈ। ਕੰਪਨੀ ਭੱਜ ਵੀ ਸਕਦੀ ਸੀ, ਜ਼ਮੀਨ ਤੇ ਲੋਨ ਵੀ ਲੈ ਸਕਦੀ ਸੀ। ਜ਼ਮੀਨ ਲੈ ਕੇ ਜੇ ਲੋਨ ਨਹੀਂ ਭਰਦੀ ਸੀ, ਮਾਲਿਆ ਵਾਂਗੂ ਚੌਕਸੀ ਵਾਂਗੂ, ਉਹ ਵਿਦੇਸ਼ਾਂ 'ਚ ਭੱਜ ਸਕਦੀ, ਕੋਈ ਰੋਕ ਟੋਕ ਨਹੀਂ ਸੀ। ਲੇਕਿਨ ਮੋਦੀ ਜੀ ਨੇ ਕਿਸਾਨ ਦੇ ਹੱਥ ਇੰਨੇ ਮਜ਼ਬੂਤ ਕਰਤੇ ਔਰ ਕੰਪਨੀਆਂ ਦੇ ਹੱਥ ਵੜਤੇ ਕਿ ਕੋਈ ਵੀ ਕੰਪਨੀ ਕਿਸਾਨ ਨਾਲ ਧੋਖਾ ਨਹੀਂ ਕਰ ਸਕਦੀ। ਫਿਰ ਅਦਾਲਤ ਦਾ ਚੱਕਰ ਖਤਮ ਕਰਤਾ। ਕਿਸੇ ਕਿਸਾਨ ਨੂੰ ਕਰੋੜਾਂ ਰੁਪਈਆ ਫੀਸ, ਲੱਖਾਂ ਫੀਸ ਅੱਜ ਵਕੀਲ ਲੈਂਦੇ ਆ, ਉਹ ਦੇਣ ਦੀ ਜ਼ਰੂਰਤ ਨਹੀਂ ਆ। ਔਰ 20 ਤੋਂ 50 ਸਾਲ ਸਾਡੀਆਂ 2-2 ਪੀੜ੍ਹੀਆਂ ਲੱਗ ਜਾਂਦੀਆਂ ਸੀ ਨਿਆਂ ਲੈਣ ਵਾਸਤੇ, ਉਹ ਬਿਲਕੁਲ ਬੰਦ ਹੈ। ਅੱਜ ਕਿਸਾਨ ਨੂੰ ਜਾਣ ਦੀ ਜ਼ਰੂਰਤ ਹੀ ਨਹੀਂ ਆ ਅਦਾਲਤ ਦੇ ਵਿੱਚ, ਉਹਨੂੰ ਇੰਨਾ ਫਾਇਦਾ ਹੋ ਗਿਆ। ਕਈ ਕਿਸਾਨ ਇਹੋ ਜਿਹੇ ਜਿਨ੍ਹਾਂ ਨੂੰ ਮੋਦੀ ਉੱਤੇ ਵਿਸ਼ਵਾਸ ਨਹੀਂ ਹੈ। ਇਹ ਇੱਕ ਜਾਣ ਕੇ ਏਜੰਡਾ ਪੈਦਾ ਕੀਤਾ ਗਿਆ, ਭਰਮ ਪੈਦਾ ਕੀਤਾ ਗਿਆ, ਜਿਹੜੇ ਕਹਿੰਦੇ ਸਾਨੂੰ ਮੋਦੀ ਜੀ ਦੇ ਵਿਸ਼ਵਾਸ ਨਹੀਂ। ਮੋਦੀ ਜੀ ਦਾ ਅੱਜ ਤੱਕ ਦਾ ਕੋਈ ਐਸਾ ਫੈਸਲਾ ਕੋਈ ਵੀ ਦਿਖਾ ਦੇ ਜਿਹੜਾ ਦੇਸ਼ ਜਾਂ ਸਮਾਜ ਪ੍ਰਤੀ ਦੇ ਵਿਰੁੱਧ ਹੋਵੇ। ਉਹ ਤਾਂ ਸਾਰੇ ਵਿਸ਼ਵ ਨੂੰ ਆਪਣਾ ਮੰਨਦੇ ਆ ਕਿ ਸੰਸਾਰ ਦੇ ਵਿੱਚ ਸ਼ਾਂਤੀ ਜ਼ਰੂਰੀ ਹੈ। ਔਰ ਇਹ ਇੱਕ ਇਹਨਾਂ ਦੀ ਮਾਨਸਿਕ ਜਿਹੜੀ ਹੈਗੀ ਆ ਨਫ਼ਰਤ ਹੈ, ਉਹ ਸ਼ੋਅ ਕਰਦੀ ਪਈ ਕਿ ਇਹਨਾਂ ਨੂੰ ਬਿੱਲ ਨਾਲ ਨਹੀਂ ਆ, ਇਹਨਾਂ ਨੂੰ ਬਿੱਲ ਦਾ ਪਤਾ ਹੈ। ਇਹ ਸਿਰਫ ਮੋਦੀ ਜੀ ਦਾ ਜਿਹੜਾ ਦੇਸ਼ ਤਰੱਕੀ ਕਰ ਰਿਹਾ, ਨੌਜਵਾਨ ਰਿਫਾਰਮ ਕਰ ਰਿਹਾ, ਦੇਸ਼ ਪਰਫਾਰਮ ਕਰਨ ਦੇ ਵੱਲ ਤੁਰ ਪਿਆ, ਉਹ ਤੋਂ ਇਹਨਾਂ ਨੂੰ ਦਿੱਕਤ ਹੈਗੀ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਦੂਸਰਾ, ਜਿਹੜੇ ਇਹ ਕਹਿੰਦੇ ਆ ਕਿ ਜਿਹੜਾ ਕੰਟਰੈਕਟ ਫਾਰਮਿੰਗ ਦੇ ਵਿੱਚ ਵੀ ਕਿਸਾਨ ਜਿਹੜਾ ਹੈਗਾ ਉਹਦਾ ਬਹੁਤ ਵੱਡਾ ਧੋਖਾ ਹੋਵੇਗਾ। ਇਹਦੇ ਵਿੱਚ ਇੱਕ ਹੋਰ ਬਹੁਤ ਵੱਡੀ ਛੋਟ ਹੈ ਕਿ ਕਿਸਾਨ ਅਗਰ ਚਾਹੇ, ਜਿਹੜਾ ਕਹਿੰਦੇ 2 ਕਿੱਲੇ ਵਾਲਾ 5 ਕਿੱਲੇ ਵਾਲਾ ਬਹੁਤ ਵੱਡਾ ਧੋਖਾ ਹੈ, ਉਹ ਜ਼ਰੂਰੀ ਨਹੀਂ ਹੈ ਕੰਪਨੀ ਨਾਲ ਕੰਟਰੈਕਟ ਕਰੇ, ਉਹ ਖੁਦ ਹੀ ਇੱਕ FPO ਬਣੇਗੀ। ਕਿਸਾਨ 10 ਕਿਸਾਨ ਮਿਲ ਕੇ, ਪਿੰਡਾਂ ਵਾਲੇ 100 ਕਿਸਾਨ ਮਿਲ ਕੇ FPO ਬਣਾਉਣ। FPO ਦਾ ਫੁੱਲ ਫਾਰਮ ਹੈਗੀ ਆ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ। ਉਹਦੇ ਤਹਿਤ 2 ਕਰੋੜ ਤੋਂ ਲੈ ਕੇ 20 ਕਰੋੜ ਤੱਕ ਸਰਕਾਰ ਲੋਨ ਦੇਵੇਗੀ, ਜਿਹਦੇ 'ਚ 90% ਸਬਸਿਡੀ ਆ, ਯਾਨੀ ਕਿ ਪੂਰੇ ਦਾ ਪੂਰਾ ਪੈਸਾ ਮਾਫ। ਹੋਰ ਕਿਸਾਨ ਨੂੰ ਕੀ ਚਾਹੀਦਾ? ਇਹਦਾ ਮਕਸਦ ਕੀ ਹੈ ਕਿ ਕਿਸਾਨ ਖੁਦ ਸક્ષਮ ਹੋਣ। ਨੌਜਵਾਨ ਜਿਹੜਾ ਅੱਜ ਨੌਕਰੀਆਂ ਵੱਲ ਨੂੰ ਭੱਜਦਾ, ਉਹ ਨੌਕਰੀ ਦੇਣ ਵਾਲਾ, ਰੁਜ਼ਗਾਰ ਦੇ ਸਾਧਨ ਵਧਣ, ਮਜ਼ਦੂਰਾਂ ਨੂੰ ਰੁਜ਼ਗਾਰ ਵਧੇ। ਔਰ ਇਹ ਜਿਹੜੀ FPO ਹੈ, ਇਹ ਸਾਰੀ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਉਹਦੀ ਫਸਲ ਐਕਸਪੋਰਟ ਕਰਨ ਦੀ। ਅੱਜ ਜਿਹੜਾ ਅਰੇਬੀਅਨ ਕੰਟਰੀ ਆ, ਉਹਦੇ 'ਚ 20,000 ਕਰੋੜ ਦਾ ਸਾਡਾ ਚਾਵਲ ਐਕਸਪੋਰਟ ਹੁੰਦਾ ਸੀ, ਬਾਸਮਤੀ ਚਾਵਲ 1121, ਜਿਹੜਾ ਅੱਜ ਕੁਆਲਿਟੀ ਡਾਊਨ ਕਰਕੇ ਐਕਸਪੋਰਟ ਨਹੀਂ ਹੋ ਰਿਹਾ, ਕਿਉਂਕਿ ਅਸੀਂ ਜਿਹੜੀਆਂ ਰੇਹਾਂ ਸਪਰੇਹਾਂ ਹੈ ਉਹ ਬੜੀ ਮਾੜੀ ਕੁਆਲਿਟੀ ਦੀਆਂ ਹੁੰਦੀਆਂ ਸੀ। ਅੱਜ 3 ਲੱਖ ਹੈਕਟੇਅਰ ਅਸੀਂ ਬੀਜਦੇ ਸੀ, ਜਿਹੜਾ ਘਟ ਕੇ 1 ਲੱਖ ਰਹਿ ਗਿਆ। ਜਦੋਂ FPO ਬਣ ਗਏ, ਬਿੱਲ ਲਾਗੂ ਹੋ ਗਿਆ, ਇਹ ਬਾਸਮਤੀ ਚਾਵਲ ਦੀ ਬਹੁਤ ਵੱਡੀ ਇੱਕ ਮਾਰਕੀਟ ਬਣੇਗੀ ਜਿਹੜੀ ਐਕਸਪੋਰਟ ਹੋਵੇਗੀ। ਮੋਦੀ ਜੀ ਨੂੰ ਜੋ ਪਤਾ ਲੱਗਾ ਸਪਰੇਹਾਂ ਮਾੜੀਆਂ, ਤਾਂ ਉਹਨਾਂ ਨੇ 22 ਕੰਪਨੀਆਂ ਜਿਹੜੀਆਂ ਉਹ ਬੰਦ ਕਰਤੀਆਂ ਕਿ ਇਹ ਕਦੇ ਸਪਰੇਅ ਨਹੀਂ ਵੇਚ ਸਕਦੀਆਂ। ਇਸ ਬਿੱਲ ਦਾ ਇੱਕ ਹੋਰ ਵੱਡਾ ਫਾਇਦਾ, ਅੱਗੇ ਨਕਲੀ ਬੀਜ, ਨਕਲੀ ਸਪਰੇਅ, ਨਕਲੀ ਖਾਦ ਮਿਲਦੀ ਸੀ, ਉਹ ਤੇ ਬਹੁਤ ਵੱਡੀ ਪਾਬੰਦੀ ਆ, ਬਹੁਤ ਵੱਡੇ ਜੁਰਮਾਨੇ ਆ। ਕੋਈ ਕੰਪਨੀ, ਕੋਈ ਮੰਤਰੀ, ਕੋਈ ਅਫਸਰ ਕਿਸੇ ਕੰਪਨੀ ਨਾਲ ਮਿਲ ਕੇ ਨਕਲੀ ਬੀਜ ਨਹੀਂ ਦੇ ਸਕਦਾ। ਉਹਨੇ ਜੋ ਪੈਕਟ ਦੇ ਉੱਤੇ ਲਿਖਿਆ ਉਹ ਤੇ ਉਹਨੂੰ ਪੂਰਨ ਉਤਰਨਾ ਪਵੇਗਾ, ਨਹੀਂ ਉਹਨੂੰ ਬਹੁਤ ਵੱਡੇ ਜੁਰਮਾਨੇ ਆ। ਇਹ ਕਿਸਾਨਾਂ ਲਈ ਬਹੁਤ ਲਾਭਦਾਇਕ ਹੋਣਾ ਹੈ, ਕਿਉਂਕਿ ਅੱਜ ਕਿਸਾਨਾਂ ਨਾਲ ਇਹ ਬਿੱਲ ਨਹੀਂ ਧੋਖਾ ਕਰ ਰਿਹਾ, ਕਿਸਾਨਾਂ ਨਾਲ ਧੋਖਾ ਹੋ ਰਿਹਾ। ਅੱਜ ਕਿੰਨੇ ਨਕਲੀ ਬੀਜ, ਅੱਜ ਫੇਰ ਕਾਂਗਰਸ ਸਰਕਾਰ ਪੰਜਾਬ ਦੀ ਫਸੀ ਹੋਈ ਹੈ ਨਕਲੀ ਬੀਜਾਂ ਦੇ ਵਿੱਚ। ਅੱਜ ਕਿਹੜੀ ਕੰਪਨੀਆਂ ਨਹੀਂ ਹੈ ਜਿਹੜੀਆਂ ਨਕਲੀ ਸਪਰੇਆਂ ਨਹੀਂ ਆ ਰਹੀਆਂ, ਕਿੰਨੀਆਂ ਕੰਪਨੀਆਂ ਜਿਹਨੀਆਂ ਨਕਲੀ ਖਾਦਾਂ ਆ ਰਹੀਆਂ। ਕਿਸਾਨ ਨੂੰ ਨਹੀਂ ਪਤਾ ਲੱਗਦਾ ਕਿ ਕਿਹੜੀ ਅਸਲੀ ਆ, ਕਿਹੜੀ ਨਕਲੀ ਆ। ਔਰ ਉਸ ਦਾ ਬਿੱਲ ਮਿਲੇਗਾ, ਉਹ ਬਿੱਲ ਦੇ ਉੱਤੇ ਉਹ ਦੁਕਾਨਦਾਰ ਵੀ ਪਾਬੰਦ ਹੈ। ਇਹ ਤਾਂ ਪੜ੍ਹਨ ਵਾਲਾ ਬਿੱਲ ਹੈ, ਇਹਨੂੰ ਪੜ੍ਹਨਾ ਚਾਹੀਦਾ ਹੈ। ਕਿਸਾਨਾਂ ਦੀ ਇੱਕ ਜੀਵਨ ਜਿਹੜੀ ਸ਼ੈਲੀ ਆ, ਬਹੁਤ ਵੱਡੀ ਚੇਂਜਸ ਲੈ ਕੇ ਆਉਣਾ। ਮੰਨ ਲਓ ਕੰਪਨੀ ਤੋਂ ਹੀ ਕਿਸਾਨਾਂ ਨਾਲ ਤਾਂ ਧੋਖਾ ਕਰਦੀ ਹੈ, ਫਰੋਡ ਹੁੰਦਾ ਹੀ, ਤਾਂ ਫਿਰ ਉਹਦੇ ਬਾਰੇ ਕੋਈ ਕੰਪਨੀ ਇਹਦੇ ਵਿੱਚ ਧੋਖਾ ਕਰ ਹੀ ਨਹੀਂ ਸਕਦੀ। ਅਸੀਂ ਜਿਸ ਤਰ੍ਹਾਂ ਬੈਂਕ ਤੋਂ ਲੋਨ ਲੈਂਦੇ ਆ 1 ਲੱਖ ਰੁਪਈਆ, ਤਾਂ ਕਿਸਾਨ ਸਾਥੋਂ 2 ਲੱਖ ਦੀ ਜ਼ਮੀਨ ਲੈਂਦਾ। ਇਸੇ ਤਰ੍ਹਾਂ ਕੰਪਨੀ ਆ, ਉਹ ਅਗਰ 1 ਕਰੋੜ ਰੁਪਏ ਦੀ ਕਿਸਾਨ ਦੇ ਨਾਲ ਕੰਟਰੈਕਟ ਕਰਦਾ ਹੈ, ਤਾਂ ਉਸ ਨੂੰ 5 ਗੁਣਾ 5 ਕਰੋੜ ਰੁਪਏ ਦੀ ਆਪਣੀ ਐਸਡ ਜ਼ਮੀਨ ਸਰਕਾਰ ਕੋਲੇ ਗਿਰਵੀ ਰੱਖਣੀ ਪਊਗੀ, ਤਾਂ ਜੋ ਜੇ ਕੱਲ ਨੂੰ ਕਿਸਾਨ ਦੀ ਫਸਲ ਛੱਡ ਕੇ ਭੱਜਦਾ ਤਾਂ ਕਿਸਾਨ ਉਹਦੀ ਜ਼ਮੀਨ 'ਚੋਂ ਰਿਕਵਰੀ ਕਰ ਸਕੇ। ਦੂਸਰਾ, ਉਹਦੀ ਜ਼ਮੀਨ ਦੇ ਵਿੱਚ ਜੋ ਵੀ ਇਨਫਰਾਸਟ੍ਰਕਚਰ ਬਣੇਗਾ ਉਹ ਸਾਰੇ ਦਾ ਸਾਰਾ ਕਿਸਾਨ ਨੂੰ ਦੇਣਾ, ਛੱਡ ਕੇ ਜਾਣਾ ਪਊਗਾ ਜੇ ਧੋਖਾ ਕਰਦੀ ਆ। ਜੇ ਉਹ ਪੂਰਾ ਹੋ ਗਿਆ, ਕੰਟਰੈਕਟ ਸਹੀ ਉਤਰਿਆ, ਤਾਂ ਉਹਨੂੰ ਖਾਲੀ ਕਰਕੇ ਉਹਦਾ ਪਾਬੰਦ ਹੈ। ਇਸ ਬਿੱਲ ਦਾ ਇੱਕ ਹੋਰ ਵੱਡਾ ਫਾਇਦਾ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਕਿਸੇ ਜੋੜਾਵਰ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਨੇ ਜਾਂ ਅਫਸਰਾਂ ਨੇ ਜ਼ਮੀਨਾਂ ਨੱਪੀਆਂ ਹੋਈਆਂ, ਉਹ ਜ਼ਮੀਨਾਂ ਵੀ ਖਾਲੀ ਹੋਣਗੀਆਂ। ਜਿਹੜੇ NRI ਭਰਾਵਾਂ ਦੀਆਂ ਜ਼ਮੀਨਾਂ ਨੱਪੀਆਂ ਹੋਈਆਂ 100-100 ਸਾਲ ਦੀਆਂ, ਉਹ ਆਟੋਮੈਟਿਕ
ਇਸ ਕਾਨੂੰਨ ਦੇ ਤਹਿਤ ਖਾਲੀ ਹੋਣਗੀਆਂ, ਉਹਨਾਂ ਨੂੰ ਕਬਜ਼ੇ ਛੱਡਣੇ ਪੈਣਗੇ। ਔਰ ਇੱਕ ਹੋਰ ਫਾਇਦਾ, ਜਿਹੜੇ ਮੇਰੇ ਕਿਸਾਨ ਭਰਾਵਾਂ ਨੇ ਬੈਂਕਾਂ ਤੋਂ ਲੋਨ ਲਏ ਹੋਏ ਆ, ਇਸ ਬੈਂਕ ਕਾਨੂੰਨ ਦੇ ਤਹਿਤ ਕੋਈ ਵੀ ਬੈਂਕ ਉਸ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਕਰ ਸਕਦਾ, ਉਸ ਨੂੰ ਉਹਦਾ ਟਾਈਮ ਦੇਣਾ ਪਊ ਔਰ ਉਸ ਤੇ ਡਬਲ ਵਿਆਜ ਨਹੀਂ ਲਾ ਸਕਦਾ। ਇਹ ਕਾਨੂੰਨ ਪੜ੍ਹੋ ਪਹਿਲਾਂ। ਇਹ ਇੱਕ ਬਹੁਤ ਵੱਡਾ ਰਿਫਾਰਮ ਵਾਲਾ ਬਿੱਲ ਹੈ, ਬਹੁਤ ਵੱਡਾ ਪਰਫਾਰਮ ਵਾਲਾ ਬਿੱਲ ਹੈ। ਮੋਦੀ ਜੀ ਨੇ ਸਾਰੇ ਦੇ ਸਾਰੇ ਹੱਥ ਜਿਹੜੇ ਮਜ਼ਬੂਤ ਕੀਤੇ ਆ ਉਹ ਕਿਸਾਨ ਮਜ਼ਦੂਰ ਦੇ ਕੀਤੇ ਆ, ਔਰ ਬੈਂਕਾਂ ਦੇ ਔਰ ਕੰਪਨੀਆਂ ਦੇ ਟੋਟਲੀ ਹੱਥ ਵੱਡੇ ਹੋਏ ਆ ਇਹਦੇ ਵਿੱਚ। ਇਹਨੂੰ ਪੜ੍ਹਨ ਦੀ ਜ਼ਰੂਰਤ ਹੈ। ਕਿਸਾਨਾਂ ਨੂੰ ਕਿਵੇਂ ਵਿਸ਼ਵਾਸ ਆਊਗਾ ਜੀ? ਉਹਨਾਂ ਨੂੰ ਵਿਚਾਰਿਆਂ ਨੂੰ ਪੜ੍ਹਾ, ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਇਹ ਚੀਜ਼ ਬਾਰੇ। ਹਰ ਅੱਜ ਦਾ ਜਿਹੜਾ ਸਮਾਂ ਹੈ, ਸਾਡੇ ਜੇ ਕਿਸਾਨ ਅਨਪੜ੍ਹ ਤਾਂ ਉਹਨਾਂ ਦੇ ਬੱਚੇ ਜ਼ਰੂਰ ਪੜ੍ਹੇ ਲਿਖੇ, ਉਹ ਇਸ ਬਿੱਲ ਨੂੰ ਪੜ੍ਹ ਸਕਦੇ ਆ। ਉਹ ਬਿੱਲ ਦੀਆਂ ਕਾਪੀਆਂ ਲੈਣ, ਅਸੀਂ ਕਾਪੀਆਂ ਦਿੰਦੇ ਆ, ਉਹ ਆ ਕੇ ਕਿਸੇ ਕਾਨੂੰਨ ਸਰਕਾਰੀ ਦਫ਼ਤਰ ਦੇ ਵਿੱਚ ਕਾਨੂੰਨ ਦੀ ਮੰਗ ਕਰ ਸਕਦੇ ਆ ਵੀ ਸਾਨੂੰ ਇਹ ਸਮਝਾਇਆ ਜਾਵੇ। ਤਹਿਸੀਲਦਾਰ, ਇਹ ਸਾਰੇ ਜਿੰਨੇ ਅਫਸਰ ਆ ਕਾਨੂੰਨ ਸਮਝਾਉਣ ਦੇ ਪਾਬੰਦ ਹੈ। ਦੂਸਰੀ ਗੱਲ, ਉਹ ਜੇ ਅਗਰ ਕਿਸਾਨ ਨਹੀਂ ਚਾਹੁੰਦਾ ਕਿ ਮੈਂ ਕੰਟਰੈਕਟ ਫਾਰਮਿੰਗ ਕਰਨੀ ਹੈ ਜਾਂ ਇਸ ਤਰ੍ਹਾਂ ਦੇ ਨਹੀਂ, ਤਾਂ ਉਹਨੂੰ ਡਰ ਹੀ ਨਹੀਂ ਹੈ। ਉਹ ਆਪਣੀ ਫਸਲ ਜਿੱਥੇ ਮਰਜ਼ੀ ਵੇਚੇ, ਉਹ ਚਾਹੇ ਆੜ੍ਹਤੀਆਂ ਨੂੰ ਵੇਚੇ, ਚਾਹੇ ਖੁੱਲ੍ਹੀ ਮੰਡੀ ਦੇ ਵਿੱਚ ਵੇਚੇ। ਅੱਗੇ ਇੱਕ ਹੋਰ ਦੱਸ ਦਿੰਦਾ ਮੈਂ ਇਹਦੇ ਵਿੱਚ, ਇਹ ਆੜ੍ਹਤੀਆਂ ਨੂੰ, ਅੱਗੇ ਆੜ੍ਹਤੀਆਂ ਨੂੰ 9.5% ਕਮਿਸ਼ਨ ਪੈਂਦਾ, ਟੈਕਸ ਪੈਂਦਾ ਸੀ, ਉਹ ਇਹਨਾਂ ਨੂੰ ਮਾਫ ਹੋ ਗਿਆ। ਯਾਨੀ ਕਿ 2000 ਕਣਕ ਦਾ ਭਾਅ ਹੈ ਤਾਂ 200 ਰੁਪਏ ਦੇ ਕਰੀਬ 190 ਰੁਪਏ ਨੂੰ ਟੈਕਸ ਪੈ ਜਾਂਦਾ, ਜਿਹੜਾ ਕਿ ਉਹ ਟੈਕਸ ਮਾਫ ਹੋ ਗਿਆ ਕਿਉਂਕਿ ਉਹ ਮੰਡੀਕਰਨ ਬੋਰਡ ਦੇ ਇੱਕ ਇਹਨਾਂ ਨੇ ਬਣਾਇਆ ਹੋਇਆ ਸੀ, ਜਿਹੜਾ ਕਿਸੇ ਬਜਟ 'ਚ ਨਹੀਂ ਆਉਂਦਾ ਸੀ, ਕਿ ਪੇਂਡੂ ਡਿਵੈਲਪਮੈਂਟ ਦੇ ਨਾਂ ਤੇ ਜਿਹੜਾ ਇਹ ਰੌਲਾ ਪਾ ਰਹੇ ਨੇ ਦੋ ਪਾਰਟੀਆਂ, ਅਕਾਲੀ ਦਲ ਤੇ ਕਾਂਗਰਸ, ਕਿ ਇਹ ਬਹੁਤ ਗਲਤ ਬਿੱਲ ਹੈ। ਉਹ ਬਿੱਲ ਗਲਤ ਨਹੀਂ, ਉਹ ਬਿੱਲ ਦੀ ਆੜ ਦੇ ਵਿੱਚ ਜਿਹੜਾ 5000 ਕਰੋੜ ਸਾਲਾਨਾ ਮੰਡੀਕਰਨ ਬੋਰਡ ਤੋਂ ਇਹ ਗਰਾਉਂਦੇ ਸੀ ਕਿ 2 ਨੰਬਰ ਦੇ ਵਿੱਚ ਉਹ ਜਿਹੜਾ ਖਾਂਦੇ ਸੀ, ਇਹ ਕਰਪਸ਼ਨ ਕਰਦੇ ਸੀ, ਉਹਨਾਂ ਦੀ ਪਰੇਸ਼ਾਨੀ ਹੈ। ਕਿਉਂਕਿ ਸੜਕਾਂ ਦੇ ਨਾਂ ਤੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਦੇ। ਹੁਣ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਦੇ ਤਹਿਤ ਆ ਗਈ, ਉੱਥੋਂ ਦਿੱਲੀ ਤੋਂ ਸਰਕਾਰ ਫੰਡ ਜਾਰੀ ਕਰੇਗੀ। ਇਹ ਜਿਹੜਾ 5000 ਕਰੋੜ ਜਿਹੜੇ ਇਹਨਾਂ ਜੇਬਾਂ 'ਚ ਪਾਉਂਦੇ ਸੀ ਇਹ ਦੋਨੇ ਪਾਰਟੀਆਂ, ਇਹ ਜੇ ਕਿਉਂਕਿ ਇਹਨਾਂ ਨੇ ਸਮਝਿਆ ਸੀਗਾ ਇੱਕ ਵਾਰੀ ਕਾਂਗਰਸ ਇੱਕ ਵਾਰੀ ਅਕਾਲੀ ਦਲ, ਇਹਨਾਂ ਦੀਆਂ ਸਰਕਾਰਾਂ ਹੁਣ ਇਹ ਕਪੜਾ ਨਹੀਂ ਕਰ ਸਕਣੀਆਂ। ਕਿੰਨੀਆਂ ਸੜਕਾਂ ਅਸੀਂ ਪੜ੍ਹਦੇ ਸੀ, ਕਿੰਨੇ ਪੁਲ ਸੀ ਜਿਨ੍ਹਾਂ ਇਹਨਾਂ ਨੇ ਬਣਾਏ ਨਹੀਂ, ਪਰ ਉਹਦੇ ਪੈਸੇ ਹਜਮ ਕਰ ਗਏ, ਉਸੇ ਦਾ ਹੀ ਆਡਿਟ ਕਰ ਦਿੰਦੇ ਸੀ, ਪਰ ਹੁਣ ਉਹ ਬੰਦ ਹੋ ਗਿਆ। ਹੁਣ ਜਿਹੜਾ ਆੜ੍ਹਤੀ ਆ ਉਹ ਆਪਦੀ ਫਸਲ ਚਾਹੇ ਜ਼ਮੀਨ ਕਿਸਾਨ ਦੇ ਖੇਤ 'ਚੋਂ ਖਰੀਦੇ, ਚਾਹੇ ਉਹ ਮੰਡੀ 'ਚੋਂ ਖਰੀਦੇ, ਉਹਨੂੰ ਕੋਈ ਟੈਕਸ ਨਹੀਂ ਪੈਂਦਾ। ਇੰਨੇ ਦਿਨ ਕਿਸਾਨ ਧਰਨਾ ਲਈ ਬੈਠੇ, ਸਹੀ ਹੈ ਗਲਤੀ ਹੈ? ਮੈਂ ਕਿਸਾਨਾਂ ਨੂੰ ਕਹਿਣਾ ਕਿ ਟੋਟਲ ਗੁੰਮਰਾਹ ਕਰਕੇ ਇਹਨਾਂ ਨੂੰ ਇੱਥੇ ਇੱਕ ਧਰਨਿਆਂ ਤੇ ਬਿਠਾਇਆ ਹੋਇਆ ਹੈ ਔਰ ਬੈਠੇ ਹੋਏ ਜਿਹੜੇ ਆਗੂ ਵੀ ਆ, ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਅਪੀਲ ਕਰਦਾ, ਵੀਰੋ ਇਹ ਸਮਾਂ ਰਿਫਾਰਮ ਦਾ ਹੈ, ਪਰਫਾਰਮ ਦਾ ਆਇਆ ਕਿਸਾਨਾਂ ਦਾ। ਅਸੀਂ ਤੁਹਾਨੂੰ ਖੁੱਲ੍ਹੇ ਹੱਥਾਂ ਨਾਲ, ਖੁੱਲ੍ਹੇ ਦਿਲ ਨਾਲ ਸੱਦਾ ਦਿੰਦੇ ਹਾਂ। ਤੁਸੀਂ ਜਿੱਥੇ ਕਹੋਗੇ ਅਸੀਂ ਤੁਹਾਡੀ ਮੀਟਿੰਗ ਕਰਾਉਂਦੇ ਹਾਂ। ਖੇਤੀਬਾੜੀ ਮੰਤਰੀ ਨਾਲ ਕਹੋਗੇ, ਫਾਈਨਾਂਸ ਮਿਨਿਸਟਰ ਨਾਲ ਕਹੋਗੇ, ਅਸੀਂ ਤੁਹਾਡੀ ਮੀਟਿੰਗ ਕਰਾਉਣ ਲਈ ਤਿਆਰ ਹੈ। ਤਾਂ ਤੁਸੀਂ ਦਿੰਦੇ ਨੇ ਕਿ ਇਸ ਬਿੱਲ ਦੇ ਵਿੱਚ ਆ ਲਾਈਨ, ਆ ਖਰੜਾ ਗਲਤ ਆ, ਕਲੌਜ ਗਲਤ ਆ, ਉਸ ਨੂੰ ਦੂਰ ਕੀਤਾ ਜਾਵੇ। ਤੁਸੀਂ ਰਾਜਨੀਤਿਕ ਰੋਟੀਆਂ ਸੇਕਣ ਦੇ ਵਾਸਤੇ ਦੇਸ਼ ਦੇ ਕਿਸਾਨਾਂ ਦੀ, ਨੌਜਵਾਨਾਂ ਦੀ ਉન્નਤੀ ਤਰੱਕੀ ਨਾਲ ਧੋਖਾ ਕਰ ਰਹੇ ਹੋ। ਇਹ ਠੀਕ ਨਹੀਂ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਆਉਣ ਵਾਲਾ ਸਮਾਂ ਕਿਸਾਨਾਂ ਦੇ ਨਵੀਂ ਕਣਕ ਬੀਜਣ ਦਾ, ਖਾਦਾਂ ਦੀ ਥੋੜ ਪੈ ਗਈ, ਕਣਕ ਲੇਟ ਹੋ ਗਈ, ਸਾਡਾ ਕਰੋੜਾਂ ਜਿਹੜਾ ਹੈਗਾ ਲੱਖਾਂ ਟਨ ਅਨਾਜ ਉਸ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ। ਕਣਕਾਂ ਲੇਟ ਹੋ ਗਈਆਂ, ਸਾਡਾ ਝਾੜ ਦੇ ਉੱਤੇ ਫਰਕ ਪਵੇਗਾ। ਸੋ ਉਹਦਾ ਕਿਸਾਨਾਂ ਨੂੰ ਡਰਾਇਆ ਜਾ ਰਿਹਾ ਕਿ ਜੇ ਤੁਸੀਂ ਪਰਾਲੀਆਂ ਨੂੰ ਅੱਗ ਲਾਵਾਂਗੇ ਅਸੀਂ ਤੁਹਾਡਾ ਸਾਥ ਨਹੀਂ ਦੇਵਾਂਗੇ, ਮਜਬੂਰੀ 'ਚ ਉਹਨਾਂ ਨੂੰ ਧਰਨਿਆਂ 'ਤੇ ਆਉਣਾ ਪੈ ਰਿਹਾ। ਇਹ ਜਿਹੜਾ ਹੈ ਗੁੰਮਰਾਹ ਕਰਨ ਪ੍ਰਚਾਰ ਹੈ, ਇਹ ਬਹੁਤ ਗਲਤ ਹੈ, ਕਿਉਂਕਿ ਪਹਿਲਾਂ ਹੀ ਦੇਸ਼ ਬਹੁਤ ਵੱਡੀ ਬਿਮਾਰੀ ਕਰੋਨਾ ਦੇ ਨਾਲ ਜੂਝ ਰਿਹਾ ਹੈ। ਸੋ ਹੱਥ ਜੋੜ ਕੇ ਬੇਨਤੀ ਆ ਕਿ ਇਹ ਬਿੱਲ ਦੀ ਸਹੀ ਜਾਣਕਾਰੀ ਕਿਸਾਨਾਂ ਨੂੰ ਦੱਸੋ, ਤਾਂ ਜੋ ਸਾਡਾ ਨੌਜਵਾਨ ਜਿਹੜਾ ਹੈਗਾ ਤੁਹਾਡੇ ਸਤਿਕਾਰ ਕਰੇ, ਤੁਹਾਡਾ ਨਾਲ ਹਮਦਰਦੀ ਰੱਖੇ ਔਰ ਤੁਹਾਡੇ ਨਾਲ ਸਹਿਯੋਗ ਕਰੇ। ਹੋਰ ਵਧੀਆ ਗੱਲ ਦੱਸਣੀ ਚਾਹੁੰਦਾ, ਜਿਹੜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ, ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਜਿਹੜੀ ਹੈਗੀ ਆ, ਮੋਦੀ ਸਰਕਾਰ, ਇੱਕ ਬਹੁਤ ਵਧੀਆ ਹੋਰ ਇਹਦੇ ਵਿੱਚ ਬਿੱਲ ਦੇ ਵਿੱਚ ਹੈ ਕਿ FPO ਦੇ ਨਾਂ ਤੇ ਕਿਸਾਨਾਂ ਨੂੰ 2 ਕਰੋੜ ਤੋਂ ਲੈ ਕੇ 20 ਕਰੋੜ ਤੱਕ ਦੇ ਜਿਹੜੇ ਪ੍ਰੋਗਰੈਸਿਵ ਫਾਰਮਰ ਹੈ, ਨੌਜਵਾਨ ਫਾਰਮਰ ਹੈ, ਉਹਨਾਂ ਨੂੰ ਲੋਨ ਦਿੱਤੇ ਜਾਊਗੀ, ਜਿਹਦੇ 'ਚ 90% ਸਬਸਿਡੀ ਹੈ। ਔਰ ਉਸ ਤੋਂ ਵੀ ਵਧੀਆ ਇੱਕ ਨਵੀਂ ਜਿਹੜੀ ਹੋਰ ਸਕੀਮ ਆ ਰਹੀ ਹੈ ਕਿ ਕਿਸਾਨਾਂ ਨੂੰ ਜਦੋਂ ਸਾਡੇ ਪੰਜਾਬ ਦੇ ਵਿੱਚ ਫਸਲ ਜ਼ਿਆਦਾ ਹੈ ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ ਉਹਦੇ ਵਿੱਚ ਕਿ ਫਰਜ਼ ਕਰੋ ਕਿ 10 ਏਕੜ ਵਾਲਾ ਜ਼ਮੀਨਦਾਰ ਹੈ ਤਾਂ ਕਿਸਾਨ ਨੂੰ ਉਸ ਦਾ ਖਾਲੀ ਰੱਖਣ ਜ਼ਮੀਨ ਦਾ, ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਦਿੱਤਾ ਜਾਂਦਾ ਹੈ, ਪ੍ਰਤੀ ਏਕੜ ਉਸ ਨੂੰ 20 ਤੋਂ 30,000 ਰੁਪਇਆ ਦੇਣ ਦਾ ਪ੍ਰਾਵਧਾਨ ਹੈ ਕਿ ਸਾਡੇ ਦੇਸ਼ ਕੋਲੇ ਅਨਾਜ 26 ਸੈਂਟ ਜਦੋਂ ਹੋ ਗਿਆ ਤਾਂ ਤੈਨੂੰ ਫਸਲ ਕੋਈ ਹੋਰ ਬੀਜ, ਬਾਕੀ ਤੈਨੂੰ ਪੈਸਾ ਵੀ ਅਸੀਂ ਸਰਕਾਰ ਦੇਵੇਗੀ।
ਇਹ ਇੱਕ ਬਹੁਤ ਵਧੀਆ ਜਿਹੜਾ ਇਹਦੇ ਵਿੱਚ ਅਮੈਂਡਮੈਂਟ ਹੈਗੀ ਬਿੱਲ ਦੇ ਵਿੱਚ, ਜਿਹੜੀ ਕਿਸਾਨਾਂ ਨੂੰ ਦੱਸੀ ਨਹੀਂ। ਇਹਦੇ ਵਿੱਚ ਜਿਹੜੇ ਅਨਪੜ੍ਹ ਜਿਹੜੇ ਮੇਰੇ ਵੀਰ ਕਿਸਾਨ ਨੇ, ਇਹੀ ਤਾਂ ਚੀਜ਼ ਹੈ ਕਿ ਇਹਦੇ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਹੈ, ਐਸਡੀਐਮ ਦੀ ਜ਼ਿੰਮੇਵਾਰੀ ਬਣੀ ਹੋਈ ਆ। ਉਹਨੇ ਸਿਰਫ ਜਿਹੜਾ ਐਗਰੀਮੈਂਟ ਹੋਵੇਗਾ, ਇੱਕ ਕਿਸਾਨ ਨਾਲ ਤਾਂ ਹੋਵੇਗਾ ਨਹੀਂ। ਜੇ ਕੋਈ ਕੰਪਨੀ ਆਉਂਦੀ ਇੱਕ ਪਿੰਡ ਵਿੱਚ ਆਉਂਦੀ ਆ, ਕੋਈ 20 ਕਿੱਲੇ ਜਾਂ 30 ਕਿੱਲੇ ਨਹੀਂ ਲਵੇਗੀ, ਉਹ ਹਜ਼ਾਰਾਂ ਏਕੜ ਲਵੇਗੀ, ਤੇ ਹਜ਼ਾਰਾਂ ਏਕੜ ਦਾ ਇੱਕ ਪਰਫਾਰਮਾ ਬਣੇਗਾ, ਉਹਦੇ ਤਹਿਤ ਲਈ ਜਾਊਗੀ। ਇਹਦੇ ਵਿੱਚ 5 ਕਿੱਲੇ ਵਾਲੇ ਜਾਂ 2 ਕਿੱਲੇ ਵਾਲੇ ਤਾਂ ਹੋਰ ਜ਼ਿਆਦਾ ਫਾਇਦਾ ਹੈ, ਕਿਉਂਕਿ ਉਹਨਾਂ ਨੂੰ ਮੰਡੀਕਰਨ ਸਭ ਤੋਂ ਔਖਾ ਸੀ। ਔਰ 2 ਕਿੱਲੇ ਵਾਲੇ ਕਿਸਾਨ ਨੂੰ ਬਿਨਾਂ ਗੱਲ ਤੋਂ ਟਰੈਕਟਰਾਂ ਦੇ ਖਰਚੇ ਹੋਰ ਪੈ ਰਹੇ ਸੀਗੇ, ਜਿਹੜੇ ਉਹਦੇ ਉਹ ਬੰਦ ਹੋ ਜਾਣੇ ਆ। ਇੱਕ ਉਹਨਾਂ ਨੂੰ ਟਰੈਕਟਰ ਕੰਪਨੀਆਂ ਮੁਹੱਈਆ ਕਰਾਉਣੀਆਂ ਕਿ ਆਹ ਇਸ ਤਰੀਕੇ ਨਾਲ ਕਰੋ। ਦੂਸਰਾ ਕਹਿੰਦੇ ਕੰਪਨੀਆਂ ਖੁਦ ਵਾਹੀ ਕਰਨੀਆਂ, ਕਿਸਾਨ ਵਿਹਲੇ ਹੋ ਜਾਣਗੇ। ਬਿਲਕੁਲ ਨਹੀਂ ਆਏਗਾ। ਕਿਸਾਨਾਂ ਨੇ ਹੀ ਖੇਤੀ ਕਰਨੀ ਆ, ਕਿਸਾਨਾਂ ਨੇ ਹੀ ਸਾਰੀ ਫਸਲ ਦੇ ਰੇਹ ਸਪਰੇਅ ਖਾਦ ਪਾਉਣੀ ਹੈ। ਇਹਦੇ ਵਿੱਚ ਕਿਸੇ ਮਜ਼ਦੂਰ ਦੀ ਮਜ਼ਦੂਰੀ ਨਹੀਂ ਜਾਣੀ, ਕਿਸੇ ਕਿਸਾਨ ਦੀ ਕਿਸਾਨੀ ਨੂੰ ਖਤਰਾ ਨਹੀਂ, ਕਿਸੇ ਆੜਤੀਏ ਦੀ ਆੜਤ ਨੂੰ ਖਤਰਾ ਨਹੀਂ। ਇਹ ਇੱਕ ਦੁਸ਼ਟ ਪ੍ਰਚਾਰ, ਇੱਕ ਗਲਤ ਪ੍ਰਚਾਰ ਹੋਇਆ, ਜਿਹਦਾ ਕਾਰਨ ਇਹ ਦੇਸ਼ ਦੇ ਵਿੱਚ ਜਿਹੜੀਆਂ ਇੱਕ ਬਹੁਤ ਵੱਡੀਆਂ ਕੰਪਨੀਆਂ FDI ਇਨਵੈਸਟਮੈਂਟ ਆਉਣੀ ਸੀਗੀ, ਉਹਨਾਂ ਨੂੰ ਰੋਕਣ ਦਾ ਇੱਕ ਛਿੜੰਤਰ ਹੈ। ਇਹ ਕਾਂਗਰਸ ਦਾ ਵੀ, ਔਰ ਇਹ ਜਿਹੜੀਆਂ ਲੈਫਟ ਪਾਰਟੀਆਂ, ਖੱਬੇ ਪੱਖੀ ਪਾਰਟੀਆਂ, ਕਮਿਊਨਿਸਟ ਪਾਰਟੀਆਂ, ਜਿਨ੍ਹਾਂ ਦਾ ਮਕਸਦ ਦੇਸ਼ ਦੇ ਵਿੱਚ ਰਾਜ ਕਰਨਾ। ਕਈ ਕਿਸਾਨ ਵੀਰ ਇਹੋ ਜਿਹੇ ਹੈ ਜਿਨ੍ਹਾਂ ਨੂੰ ਸਾਈਨ ਵੀ ਨਹੀਂ ਕਰਨੇ ਆਉਂਦੇ, ਅੰਗੂਠਾ ਲਾ ਦੇ ਕੰਮ ਚਲਾਉਂਦੇ ਵਿਚਾਰੇ। ਬਿਲਕੁਲ ਜੀ, ਕੋਈ ਕਿਸਾਨ ਅੰਗੂਠਾ ਲਾਉਣ ਵਾਲਾ ਹੋਵੇ, ਚਾਹੇ ਦਸਤਖਤ ਕਰਨ ਵਾਲਾ ਹੋਵੇ, ਮੈਂ ਪਹਿਲਾਂ ਵੀ ਇਹੀ ਗੱਲ ਕਹੀ ਆ ਕਿ ਇਹਦੇ ਵਿੱਚ ਐਸਡੀਐਮ ਹੀ ਸਿਰਫ ਪਾਵਰ ਹੈ। ਉਹਨੇ ਇੱਕ ਪਰਫਾਰਮਾ ਬਣਿਆ, ਉਸ ਦੇ ਤਹਿਤ ਹੀ ਸਾਰੇ ਕਿਸਾਨਾਂ, ਇਹਦੇ ਵਿੱਚ ਇੱਕ ਸਿੰਗਲ ਕਿਸਾਨ ਨਾਲ ਕਦੇ ਧੋਖਾ ਨਹੀਂ ਹੋ ਸਕਦਾ। ਪਹਿਲੀ ਗੱਲ ਇਹ ਆ, ਉਹ ਕੰਪਨੀ ਜਿਹੜੀ ਹੈ ਮਿਨੀਮਮ ਤੋਂ ਮਿਨੀਮਮ 5000 ਏਕੜ ਲੈਂਦੀ ਆ, ਫਿਰ ਉਹ ਕਿਸਾਨ ਬਿਲਕੁਲ ਨਾ ਦੇਵੇ। ਦੂਸਰਾ ਜਿਹੜਾ ਰੌਲਾ ਪਾਇਆ ਜਾ ਰਿਹਾ ਆੜਤੀਆਂ ਪ੍ਰਤੀ ਕਿ ਆੜਤੀਆਂ ਦੀ ਆੜਤ ਬੰਦ ਹੋ ਜਾਊਗੀ, ਬਿਲਕੁਲ ਨਹੀਂ। ਆਪ ਦੇਖੋ ਕਿ ਜਦੋਂ ਸਰਕਾਰ ਹੋਰ ਇੰਨੇ ਕੰਮਾਂ ਦੇ ਵਿੱਚ ਕਮਿਸ਼ਨ ਦਿੰਦੀ ਆ, ਇੰਡੀਅਨ ਆਇਲ ਕਮਿਸ਼ਨ ਦਿੰਦੀ ਆ, ਹੋਰ ਆੜਤ ਬੰਦ ਕਰਨ ਦਾ ਕੋਈ ਪ੍ਰਾਵਧਾਨ ਹੀ ਨਹੀਂ ਬਿੱਲ ਦੇ ਵਿੱਚ ਕਿ ਆੜਤੀਆਂ ਦੀ ਆੜਤ ਬੰਦ ਹੋਵੇਗੀ। ਜਦੋਂ ਆੜਤੀਆ ਸਾਡਾ ਫਸਲ ਤੋਲ ਰਿਹਾ ਹੈ ਤਾਂ ਉਸ ਦੀ ਮਜ਼ਦੂਰੀ, ਉਸ ਦੀ ਮਿਹਨਤ ਉਹਨਾਂ ਨੂੰ ਮਿਲਣੀ ਹੈ। ਤਾਂ ਕਹਿਣ ਦਾ ਭਾਵ ਕਿ ਕੋਈ ਆੜਤੀਆ ਜਾਂ ਕਿਸਾਨ ਜਾਂ ਮਜ਼ਦੂਰ ਇਹ ਬਿਲਕੁਲ ਗੁੰਮਰਾਹ ਨਾ ਹੋਵੇ। ਇਹ ਕਿਸਾਨਾਂ ਪੱਖੀ ਹੈ, ਇਹ ਕਿਸੇ ਘਰਾਣਿਆਂ ਪੱਖੀ ਬਿੱਲ ਨਹੀਂ ਹੈ। ਕਿਸਾਨਾਂ ਨੂੰ ਤੁਸੀਂ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਇਸ ਟਾਈਮ ਜੀ? ਤੁਸੀਂ ਮੇਨ ਮੁੱਦਾ ਜਿਹੜਾ ਤੁਹਾਡਾ ਸੀਗਾ ਬਚਾਅ। ਮੈਂ ਕਿਸਾਨਾਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਹਾਂ, ਅਸੀਂ ਬਾਰ-ਬਾਰ ਅਪੀਲ ਕਰਦੇ ਹਾਂ ਕਿ ਕੋਈ ਵੀ ਕਿਸਾਨ ਜਥੇਬੰਦੀ, ਕੋਈ ਵੀ ਮੇਰਾ ਸੂਝਵਾਨ ਵੀਰ, ਅਸੀਂ ਉਹਦੇ ਨਾਲ ਖੁੱਲ੍ਹੀ ਚਰਚਾ ਕਰਨ ਲਈ ਤਿਆਰ ਹਾਂ। ਬਾਰ-ਬਾਰ ਅਸੀਂ ਕਹਿੰਦੇ ਹਾਂ ਕਿ ਜਿੰਨਾ ਤੁਸੀਂ ਆਪਦਾ ਪੱਖ ਦਿਓ, ਸਾਨੂੰ ਰਿਟਰਨ ਦੇ ਵਿੱਚ ਦਿਓ। ਰਿਟਰਨ ਦੇ ਵਿੱਚ ਨਹੀਂ, ਅਗਰ ਤੁਸੀਂ ਦਿੱਲੀ ਦੇ ਵਿੱਚ ਸਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ ਹੋ ਤਾਂ ਅਸੀਂ ਖੇਤੀਬਾੜੀ ਮੰਤਰੀ ਜੀ ਨਾਲ ਮੀਟਿੰਗ ਕਰਾ ਸਕਦੇ ਹਾਂ। ਜਿਹੜੇ ਸਾਡੇ ਫਾਈਨਾਂਸ ਮਿਨਿਸਟਰ ਹੈ, ਉਹਨਾਂ ਨਾਲ ਤੁਹਾਡੀ ਮੀਟਿੰਗ ਕਰਾ ਸਕਦੇ ਹਾਂ ਵੀ ਇਹਦੇ ਵਿੱਚ ਜਿਹੜੀਆਂ ਸ਼ੰਕਾ ਹੈ ਤੁਹਾਡੀਆਂ, ਉਹ ਸ਼ੰਕਾ ਦੂਰ ਕੀਤੀਆਂ ਜਾ ਸਕਦੀਆਂ। ਅਗਰ ਤੁਸੀਂ ਇਸ ਦਾ ਕੋਈ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੇ ਹੋ, ਜਾਂ ਕੋਈ ਰਾਜਨੀਤਿਕ ਤੁਹਾਡੀ ਰੰਜਿਸ਼ ਹੈ, ਜਾਂ ਕੋਈ ਰਾਜਨੀਤਿਕ ਦੇ ਆੜ ਦੇ ਵਿੱਚ ਤੁਸੀਂ ਰਾਜਨੀਤਿਕਤਾ ਫੈਲਾਉਣਾ ਚਾਹੁੰਦੇ ਹੋ, ਤਾਂ ਉਹ ਜਿਹੜੀ ਹੈਗੀ ਆ ਬਹੁਤੀ ਦੇਰ ਨਹੀਂ ਚੱਲਣੀ। ਕਿਉਂਕਿ ਕਿਸਾਨ ਜਿਹੜਾ ਹੈਗਾ, ਨੌਜਵਾਨ ਹੈ, ਉਹ ਇਸ ਬਿੱਲ ਨੂੰ ਪੜ੍ਹੇਗਾ ਵੀ, ਔਰ ਜਿਹੜੇ ਆਉਣ ਵਾਲੇ ਇਹਦੇ ਫਾਇਦੇ ਆ, ਜਦੋਂ ਉਹਦੇ ਫਾਇਦੇ ਸਾਹਮਣੇ ਆਉਣਗੇ, ਉਦੋਂ ਸਾਨੂੰ ਮੂੰਹ ਛਪਾਇਆ ਨਹੀਂ ਛਪਾ ਸਕਣਾ। ਤਾਂ ਤੁਸੀਂ ਦਿੰਦੇ ਨੇ ਕਿ ਇਸ ਬਿੱਲ ਦੇ ਵਿੱਚ ਆ ਲਾਈਨ, ਆ ਖਰੜਾ ਗਲਤ ਆ, ਕਲੌਜ ਗਲਤ ਆ, ਉਸ ਨੂੰ ਦੂਰ ਕੀਤਾ ਜਾਵੇ। ਤੁਸੀਂ ਰਾਜਨੀਤਿਕ ਰੋਟੀਆਂ ਸੇਕਣ ਦੇ ਵਾਸਤੇ ਦੇਸ਼ ਦੇ ਕਿਸਾਨਾਂ ਦੀ, ਨੌਜਵਾਨਾਂ ਦੀ ਉੱਨਤੀ ਤਰੱਕੀ ਨਾਲ ਧੋਖਾ ਕਰ ਰਹੇ ਹੋ। ਇਹ ਠੀਕ ਨਹੀਂ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਆਉਣ ਵਾਲਾ ਸਮਾਂ ਕਿਸਾਨਾਂ ਦੇ ਨਵੀਂ ਕਣਕ ਬੀਜਣ ਦਾ, ਖਾਦਾਂ ਦੀ ਥੋੜ ਪੈ ਗਈ, ਕਣਕ ਲੇਟ ਹੋ ਗਈ, ਸਾਡਾ ਕਰੋੜਾਂ ਜਿਹੜਾ ਹੈਗਾ ਲੱਖਾਂ ਟਨ ਅਨਾਜ, ਉਸ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ। ਕਣਕਾਂ ਲੇਟ ਹੋ ਗਈਆਂ, ਸਾਡਾ ਝਾੜ ਦੇ ਉੱਤੇ ਫਰਕ ਪਵੇਗਾ। ਸੋ ਉਹਦਾ ਕਿਸਾਨਾਂ ਨੂੰ ਡਰਾਇਆ ਜਾ ਰਿਹਾ ਕਿ ਜੇ ਤੁਸੀਂ ਪਰਾਲੀਆਂ ਨੂੰ ਅੱਗ ਲਾਵਾਂਗੇ, ਅਸੀਂ ਤੁਹਾਡਾ ਸਾਥ ਨਹੀਂ ਦੇਵਾਂਗੇ। ਮਜਬੂਰੀ 'ਚ ਉਹਨਾਂ ਨੂੰ ਧਰਨਿਆਂ 'ਤੇ ਆਉਣਾ ਪੈ ਰਿਹਾ। ਇਹ ਜਿਹੜਾ ਹੈ ਗੁੰਮਰਾਹ ਕਰਨ ਪ੍ਰਚਾਰ ਹੈ, ਇਹ ਬਹੁਤ ਗਲਤ ਹੈ। ਕਿਉਂਕਿ ਪਹਿਲਾਂ ਹੀ ਦੇਸ਼ ਬਹੁਤ ਵੱਡੀ ਬਿਮਾਰੀ ਕਰੋਨਾ ਦੇ ਨਾਲ ਜੂਝ ਰਿਹਾ ਹੈ। ਸੋ ਹੱਥ ਜੋੜ ਕੇ ਬੇਨਤੀ ਆ ਕਿ ਇਹ ਬਿੱਲ ਦੀ ਸਹੀ ਜਾਣਕਾਰੀ ਕਿਸਾਨਾਂ ਨੂੰ ਦੱਸੋ, ਤਾਂ ਜੋ ਸਾਡਾ ਨੌਜਵਾਨ ਜਿਹੜਾ ਹੈਗਾ ਤੁਹਾਡੇ ਸਤਿਕਾਰ ਕਰੇ, ਤੁਹਾਡਾ ਨਾਲ ਹਮਦਰਦੀ ਰੱਖੇ, ਔਰ ਤੁਹਾਡੇ ਨਾਲ ਸਹਿਯੋਗ ਕਰੇ।